सत्कारयोग ਗਿਆਨੀ ਸ਼ੇਰ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਾਲੇ, ਜੋ ਇਸ ਹਫ਼ਤੇ ਗੁਰੂ ਚਰਨਾਂ ਵਿੱਚ ਕਥਾ ਰਾਹੀਂ ਸਿੱਖ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ ਕਰ ਰਹੇ ਹਨ। ਜੀ ਆਇਆਂ ਭਾਈ ਸਾਹਿਬ ਜੀ ਨੂੰ। ਆਓ ਗਿਆਨੀ ਸ਼ੇਰ ਸਿੰਘ ਜੀ ਹੋਣਾ ਦੇ ਪਾਸੋਂ ਕਥਾ ਅਦਬ ਪਿਆਰ ਸਤਿਕਾਰ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹਿ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੂਆ ਜੀਜੈ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਬਾਣੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ, ਆਓ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਜਿੱਥੇ ਆਪਾਂ ਬੈਠੇ ਹਾਂ ਇਹ ਸੱਚਖੰਡ ਸਥਾਨ ਹੈ। ਸ਼ੰਕਾ ਕਰਨ ਦੀ आवश्यकता ਨਹੀਂ ਹੈ, ਕਿਉਂਕਿ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਨੂੰ ਸੱਚਖੰਡ ਕਿਹਾ ਹੈ। ਭਾਈ ਸਾਹਿਬ ਦੀ ਬਾਣੀ 'ਚ ਬਚਨ ਆਇਆ, ਸਾਧ ਸੰਗਤ ਸੱਚਖੰਡ ਵਸਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਦਾ ਰੂਪ ਧਰਤੀ ਤੇ ਅਵਤਾਰ ਧਾਰ ਕੇ ਆਏ ਔਰ ਉਹਨਾਂ ਨੇ ਜੋ ਸੱਚਖੰਡ ਦਾ ਨਕਸ਼ਾ ਸੀ ਉਹ ਨਕਸ਼ਾ ਇੱਥੇ ਮਾਤ ਲੋਕ ਦੇ ਵਿੱਚ ਪ੍ਰਗਟ ਕੀਤਾ। ਭਾਈ ਸਾਹਿਬ ਹੋਰ ਵੀ ਬਚਨ ਲਿਖਦੇ ਨੇ, ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ। ਕਹਿੰਦੇ ਸਾਧ ਸੰਗਤ ਜੋ ਹੈ ਉਹ ਸੱਚਖੰਡ ਹੈ। ਸੱਚਖੰਡ ਕੀ ਹੈ? ਜਿੱਥੇ ਨਿਰੰਕਾਰ ਦਾ ਵਾਸਾ ਹੈ। ਜੈ ਝਿਲਮਿਲ ਕਾਰ ਦਿਸੰਤਾ ਤਹਿ ਅਨਹਦ ਸ਼ਬਦ ਵਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਜਿੱਥੇ ਨੂਰੋ ਨੂਰ ਹੈ, ਇੰਨਾ ਪ੍ਰਕਾਸ਼ ਹੈ। ਕਿੰਨਾ ਪ੍ਰਕਾਸ਼ ਹੈ
ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ, ਲੱਖ ਸ਼ਿਸ਼ੀਅਰ ਲੱਖ ਭਾਨ। ਸਾਧ ਸੰਗਤ ਜੀ, ਗੁਰਬਾਣੀ ਦੀ ਕੋਈ ਪੰਕਤੀ ਪੜ੍ਹ ਲਓ, ਗੁਰਬਾਣੀ ਦੀ ਪੰਕਤੀ ਪੜ੍ਹ ਕੇ ਜਗਿਆਸਾ ਪੈਦਾ ਹੁੰਦੀ ਹੈ, ਇੱਕ ਸਵਾਲ ਪੈਦਾ ਹੁੰਦਾ ਹੈ। ਜਦੋਂ ਇਹ ਪੰਕਤੀ ਪੜ੍ਹੀ ਹੈ ਕਿ ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ, ਵੀ ਸਾਧ ਸੰਗਤ ਸੱਚਖੰਡ ਹੈ, ਉੱਥੇ ਨੂਰੋ ਨੂਰ ਹੈ, ਨੂਰੋ ਨੂਰ ਹੈ। ਸਵਾਲ ਉੱਠਦਾ ਵੀ ਕਿੰਨਾ ਕੁ ਨੂਰ ਹੈ। ਅਗਲੀ ਪੰਕਤੀ 'ਚ ਭਾਈ ਸਾਹਿਬ ਜੀ ਜਵਾਬ ਵੀ ਦੇ ਦਿੰਦੇ, ਭਾਈ ਗੁਰਦਾਸ ਜੀ। ਉਹ ਕਹਿੰਦੇ ਹੈ, ਲੱਖ ਸ਼ਿਸ਼ੀਅਰ ਲੱਖ ਭਾਨ। ਸ਼ਿਸ਼ੀਅਰ ਕਹਿੰਦੇ ਨੇ ਚੰਦਰਮਾ ਨੂੰ, ਸ਼ਸ਼ੀ ਚੰਦਰਮਾ, ਉਹਦੀਆਂ ਰਿਸ਼ਮਾਂ ਠੰਡੀਆਂ ਠੰਡੀਆਂ, ਮਿੱਠੀਆਂ ਮਿੱਠੀਆਂ, ਪਿਆਰੀਆਂ ਪਿਆਰੀਆਂ। ਜਦੋਂ ਪੂਰਨਮਾਸ਼ੀ ਦੀ ਰਾਤ ਨੂੰ ਚੜ੍ਹਦਾ ਹੈ, ਜਿੱਧਰ ਜਿੱਧਰ ਰਿਸ਼ਮਾਂ ਪੈਂਦੀਆਂ ਨੇ ਠੰਡ ਪਾ ਦਿੰਦਾ, ਰੋਸ਼ਨੀ ਦਿੰਦਾ। ਤੇ ਕਹਿੰਦੇ ਦੂਸਰਾ ਕੌਣ ਹੈ? ਭਾਨ। ਭਾਨ ਕਹਿੰਦੇ ਸੂਰਜ ਨੂੰ। ਭਾਨ ਸੂਰਜ ਦਾ ਨਾਮ ਹੈ। ਭਾਨ ਦਾ ਅਰਥ ਹੈ ਪ੍ਰਤੀਤ ਹੋਣਾ, ਮਹਿਸੂਸ ਕਰਨਾ, ਅਹਿਸਾਸ ਕਰਨਾ, ਫੀਲ ਕਰਨਾ। ਅਸੀਂ ਕਿਹਦੇ ਨਾਲ ਵੇਖ ਸਕਦੇ ਹਾਂ? ਸੂਰਜ ਦੀ ਰੋਸ਼ਨੀ ਨਾਲ ਹੀ ਦੇਖਦੇ ਹਾਂ ਨਾ। ਭਾਨ ਪ੍ਰਕਾਸ਼ ਕਰਦਾ ਹੈ, ਹਨੇਰੇ ਨੂੰ ਭੰਨ ਦਿੰਦਾ ਹੈ। ਜਿਹੜਾ ਹਨੇਰੇ ਨੂੰ ਭੰਨ ਦਿੰਦਾ ਹੈ, ਜਿਹੜਾ ਸਾਰਿਆਂ ਨੂੰ ਪ੍ਰਤੀਤ ਕਰਾਉਂਦਾ ਹੈ, ਮਹਿਸੂਸ ਕਰਾਉਂਦਾ ਹੈ, ਅਨੁਭਵ ਕਰਾਉਂਦਾ ਹੈ, ਉਹ ਭਾਨ ਹੈ। ਲੱਖਾਂ ਸੂਰਜ ਹੋਣ ਤੇ ਲੱਖਾਂ ਚੰਦਰਮਾ ਹੋਣ ਤੇ ਉਹਨਾਂ ਦੀਆਂ ਕਰੋੜਾਂ ਅਰਬਾਂ ਖਰਬਾਂ ਰਿਸ਼ਮਾਂ ਤੇ ਕਿਰਨਾਂ ਹੋਣ, ਲੱਖ ਸ਼ਿਸ਼ੀਅਰ ਲੱਖ ਭਾਨ ਕਿਰਨਾਂ ਹੋਣ ਲੱਖਾਂ ਸੂਰਜਾਂ ਦੀਆਂ, ਪਰ ਸਾਧ ਸੰਗਤ ਦੇ ਨੂਰ ਦੇ ਸਾਹਮਣੇ ਠਰੂਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਠਰ ਜਾਂਦੀਆਂ ਨੇ, ਮਾਤ ਪੈ ਜਾਂਦੀਆਂ ਨੇ। ਐਨਾ ਨੂਰ, ਐਨਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਾਨੂੰ ਦਿੰਦੀ ਹੈ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ। ਔਰ ਸਤਿਗੁਰਾਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੀ ਕਿਰਪਾ ਕਰਕੇ ਸਾਰੇ ਸੰਸਾਰ ਵਿੱਚ ਆਸਣ ਲਾਇਆ ਹੋਇਆ। ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਇੱਕ ਬਚਨ ਲਿਖਦੇ ਆ। ਉਹ ਕਹਿੰਦੇ, ਸਵਾਲ ਉੱਠਿਆ ਬਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪਾਦਨ ਕਰਕੇ ਹਰਿਮੰਦਰ ਸਾਹਿਬ ਵਿੱਚ ਕਿਉਂ ਪ੍ਰਕਾਸ਼ ਕੀਤਾ ਤੇ ਪਲੰਘੇ ਤੇ ਵਿਰਾਜਮਾਨ ਕਰਕੇ ਪੰਜਵੇਂ ਪਾਤਸ਼ਾਹ ਆਪ ਭੁੰਨੇ ਕਿਉਂ ਵਿਰਾਜਮਾਨ ਹੋਏ? ਫਿਰ 10ਵੇਂ ਜਾਮੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਕਿਉਂ ਦਿੱਤੀ? ਭਾਈ ਸਾਹਿਬ ਕਹਿੰਦੇ ਕਾਰਨ ਇੱਕੋ ਹੀ ਹੈ। ਜਿਹੜਾ ਸਤਿਗੁਰਾਂ ਦਾ ਸਰੀਰ ਹੈ ਉਹ ਸਾਰਿਆਂ ਸਮਿਆਂ ਸਾਰਿਆਂ ਦੇਸ਼ਾਂ ਵਿੱਚ ਨਹੀਂ ਮਿਲਦਾ, ਪਰ ਪੋਥੀ ਦੇਸ਼ ਵਿਦੇਸ਼ਨ ਜੈ ਹੈ। ਪੋਥੀ ਪਰਮੇਸ਼ਰ ਕਾ ਥਾਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਸ਼ਾਂ ਪ੍ਰਦੇਸ਼ਾਂ 'ਚ ਪੂਰੇ ਵਿਸ਼ਵ ਦੇ 'ਚ ਪ੍ਰਕਾਸ਼ ਕਰਨਗੇ। ਭਾਈ ਗੁਰਦਾਸ ਜੀ ਦੇ ਤੇ ਗੁਰੂ ਅਰਜਨ ਦੇਵ ਜੀ ਦੇ ਆਪਸ ਵਿੱਚ ਕੀਤੇ ਹੋਏ ਬਚਨ ਕਵੀਰਾਜ ਭਾਈ ਸੰਤੋਖ ਸਿੰਘ ਹੋਰਾਂ ਨੇ ਵੀ ਕੋਟ ਕੀਤੇ, ਬੜੇ ਸੁੰਦਰ ਬਚਨ। ਉਹ ਲਿਖਦੇ ਨੇ, ਭਾਈ ਗੁਰਦਾਸ ਹੋਰਾਂ ਨੇ ਪੁੱਛਿਆ ਮਹਾਰਾਜ ਪੰਚਮ ਪਾਤਸ਼ਾਹ ਗਰੀਬ ਨਵਾਜ ਜੀ ਕੋਲੋਂ, ਮਹਾਰਾਜ ਆਪ ਤਾਂ ਥੱਲੇ ਆਸਣ ਲਾਉਂਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਲੰਘੇ ਤੇ ਵਿਰਾਜਮਾਨ ਕਰਦੇ ਹੋ, ਇਹਦਾ ਕੀ ਕਾਰਨ ਹੈ? ਸਤਿਗੁਰੂ ਕਹਿਣ ਲੱਗੇ, ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਵਿਖੈ ਸਭ ਨਾਂ ਦਰਸੈ ਹੈ। ਬਈ ਜਿਹੜਾ ਸਾਡਾ ਸਰੀਰ ਹੈ ਉਹ ਸਾਰਿਆਂ ਸਮਿਆਂ ਵਿੱਚ ਔਰ ਸਾਰਿਆਂ ਦੇਸ਼ਾਂ ਵਿੱਚ ਦਰਸ਼ਨ ਹੀ ਹੋਣਗੇ।
ਹੁਣ ਗੁਰੂ ਬੈਠਾ ਹੋਵੇ ਪੰਜਾਬ ਵਿੱਚ, ਸਿੱਖ ਬੈਠਾ ਹੋਵੇ ਕੈਨੇਡਾ ਵਿੱਚ, ਅਮਰੀਕਾ ਵਿੱਚ, ਇੰਗਲੈਂਡ ਵਿੱਚ, ਜਾਂ ਤਾਂ ਗੁਰੂ ਨੂੰ ਬਾਹਰ ਆਉਣਾ ਪਊ ਜਾਂ ਸਿੱਖ ਨੂੰ ਪੰਜਾਬ ਜਾਣਾ ਪਊ। ਗੁਰੂ ਹੋਵੇ 16ਵੀਂ ਸਦੀ ਵਿੱਚ ਤੇ ਸਿੱਖ ਹੋਵੇ 20ਵੀਂ 21ਵੀਂ ਸਦੀ ਵਿੱਚ, ਕਿਵੇਂ ਮੇਲ ਹੋਊ? ਸਭ ਥਾਨ ਵਿਖੇ, ਸਾਰਿਆਂ ਜਗ੍ਹਾ ਸਥਾਨਾਂ ਤੇ ਔਰ ਸਾਰਿਆਂ ਸਮਿਆਂ 'ਚ ਗੁਰੂ ਦੇ ਦਰਸ਼ਨ ਸਰੀਰ ਕਰਕੇ ਨਹੀਂ ਹੋ ਸਕਦੇ। ਸ੍ਰੀ ਗੁਰ ਕੇਰ ਸਰੀਰ ਜੋਊ ਸਭ ਥਾਨ ਵਿਖੇ ਸਭ ਨਾ ਦਰਸੈ, ਸਾਰਿਆਂ ਨੂੰ ਨਹੀਂ ਹੋ ਸਕਦੇ। ਜੇ ਤੁਸੀਂ ਆਖੋ ਵੀ ਕੋਈ ਬੰਦਗੀ ਵਾਲੇ, ਨਾਮ ਜਪਣ ਵਾਲੇ ਮਹਾਂਪੁਰਸ਼ਾਂ ਨੂੰ ਦਰਸ਼ਨ ਹੁੰਦੇ ਮਹਾਰਾਜ ਦੇ, ਉਹ ਠੀਕ ਹੈ, ਪਰ ਇੱਥੇ ਸਾਰਿਆਂ ਦੀ ਗੱਲ ਆਈ ਹੈ, ਸਭ ਨਾ ਦਰਸੈ ਹੈ। ਵਿਰਲਿਆਂ ਗੁਰਮੁਖਾਂ ਨੂੰ ਮਹਾਰਾਜ ਗੁਰੂ ਸਾਹਿਬ ਦੇ ਪ੍ਰਤੱਖ ਵੀ ਦਰਸ਼ਨ ਹੋ ਜਾਣ, ਪਰ ਜਨ ਸਧਾਰਨ ਨੂੰ ਦਰਸ਼ਨ ਕਿਵੇਂ ਹੋਣ? ਉਹਦੇ ਵਾਸਤੇ ਗ੍ਰੰਥ ਰਿਦਾ ਗੁਰ ਕੋ ਇਹ ਜਾਨੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਆਤਮਾ ਹੈ। ਸਰੀਰ ਸਦਾ ਨਹੀਂ ਰਹਿੰਦਾ, ਆਤਮਾ ਕਦੀ ਨਹੀਂ ਮਰਦੀ। ਆਖੋ ਵਾਹਿਗੁਰੂ। ਨੈਨਮ ਸਿਦੰਤੀ ਸ਼ਸਤਰਾਣੀ, ਨੈਨਮ ਦਹਤੀ ਪਾਵਕਾ, ਨਾ ਚੈਨੰ ਕਲੇਦਯੰਤ ਆਪੋ, ਨਾ ਸ਼ੋਸ਼ਯਤੀ ਮਾਰਤਾ। ਆਤਮਾ ਬਾਰੇ ਇਹ ਸਿਧਾਂਤ ਸਾਰੇ ਧਰਮ ਗ੍ਰੰਥਾਂ ਨੇ, ਗੁਰਬਾਣੀ ਨੇ ਵੀ ਮੰਨਿਆ ਹੈ ਕਿ ਇਸ ਆਤਮਾ ਨੂੰ ਸ਼ਸਤਰ ਕੱਟ ਨਹੀਂ ਸਕਦੇ। ਸਰੀਰ ਨੂੰ ਕੱਟ ਸਕਦੇ ਆ, ਆਤਮਾ ਨੂੰ ਸ਼ਸਤਰ ਨਹੀਂ ਕੱਟ ਸਕਦੇ। ਆਤਮਾ ਨੂੰ ਅੱਗ ਸਾੜ ਨਹੀਂ ਸਕਦੀ, ਆਤਮਾ ਨੂੰ ਜਲ ਡੋਬ ਨਹੀਂ ਸਕਦਾ ਤੇ ਹਵਾ ਸੁਖਾ ਨਹੀਂ ਸਕਦੀ। ਉਹ ਜੋਤ ਜਿਹੜੀ ਅਕਾਲ ਪੁਰਖ ਗੁਰੂ ਅਰਜਨ ਦੇਵ ਜੀ ਕਹਿੰਦੇ ਸਾਡੀ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਹੈ। ਆਤਮਾ ਸਾਡੀ। ਗ੍ਰੰਥ ਰਿਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਹਿ ਹੈ। ਸਰੀਰ ਨਾਲੋਂ ਆਤਮਾ ਉੱਤਮ ਹੁੰਦੀ ਹੈ। ਤੁਸੀਂ ਵੀ ਸਿਆਰੇ ਸਿਆਣੇ ਬੈਠੇ ਹੋ, ਵਿਚਾਰ ਕਰ ਲਓ, ਸਭ ਤੋਂ ਪਿਆਰਾ ਤੁਹਾਨੂੰ ਕੌਣ ਲੱਗਦਾ? ਆਪਣਾ ਆਪ। ਸਾਨੂੰ ਆਪਣੇ ਬੱਚੇ ਪਿਆਰੇ ਲੱਗਦੇ ਆ। ਬੱਚਿਆਂ ਦੇ ਦੋਸਤ ਵੀ ਜਿਹੜੇ ਸਕੂਲਾਂ 'ਚ ਕਲਾਸ ਫੈਲੋ ਸਾਡੇ ਪੁੱਤਰਾਂ ਨਾਲ ਧੀਆਂ ਨਾਲ ਪੜ੍ਹਦੇ ਬੱਚੇ, ਉਹ ਵੀ ਸਾਨੂੰ ਪਿਆਰੇ ਲੱਗਦੇ ਵੀ ਸਾਡੇ ਬੱਚੇ ਦਾ ਦੋਸਤ ਹੈ। ਪਰ ਉਹ ਦੋਸਤ ਨਾਲੋਂ ਆਪਣਾ ਬੱਚਾ ਜ਼ਿਆਦਾ ਪਿਆਰਾ ਲੱਗਦਾ ਕਿ ਨਹੀਂ? ਪਿਆਰਾ ਤਾਂ ਦੋਸਤ ਦਾ ਬੱਚੇ ਦਾ ਦੋਸਤ ਵੀ ਹੈ, ਉਹਦਾ ਫਰੈਂਡ, ਉਹ ਪਿਆਰਾ ਹੈ, ਪਰ ਬੱਚਾ ਉਹਦੇ ਨਾਲੋਂ ਜ਼ਿਆਦਾ ਪਿਆਰਾ। ਬੱਚੇ ਨਾਲੋਂ ਆਪਣਾ ਸਰੀਰ ਪਿਆਰਾ, ਬੱਚੇ ਨਾਲੋਂ ਆਪਣਾ ਸਰੀਰ ਕਿਵੇਂ ਪਿਆਰਾ? ਮੀਂਹ ਪੈਂਦਾ ਹੋਵੇ, ਥੱਕੇ ਹੋਈਏ, ਬਾਜ਼ਾਰੋਂ ਕੋਈ ਚੀਜ਼ ਲਿਆਣੀ ਪਵੇ, ਪੁੱਤਰ ਤੂੰ ਜਾ ਕੇ ਲੈ ਆ, ਮੇਰੇ ਕੋਲੋਂ ਨਹੀਂ ਜਾਇਆ ਜਾਂਦਾ। ਪੁੱਤਰ ਨਾਲੋਂ ਹੁਣ ਸਰੀਰ ਦਾ ਮੋਹ ਹੈ, ਸਰੀਰ ਪਿਆਰਾ ਹੈ। ਸਰੀਰ ਨਾਲੋਂ ਆਪਣਾ ਪੇਟ ਪਿਆਰਾ ਹੈ। ਆਖੋ ਸ੍ਰੀ ਵਾਹਿਗੁਰੂ। ਭਾਈ ਸੁਥਰੇ ਨੇ ਇੱਕ ਵਾਰੀ ਲੰਗਰ ਬਣਾਇਆ, ਬੜਾ ਵੱਡਾ ਲੰਗਰ। ਸਤਵੇਂ ਪਾਤਸ਼ਾਹ ਮਹਾਰਾਜ ਨੂੰ, ਗੁਰੂ ਹਰਿਰਾਏ ਸਾਹਿਬ ਨੂੰ, ਸਾਰੀ ਸੰਗਤ ਨੂੰ ਬੁਲਾ ਕੇ ਲੰਗਰ ਛਕਾਉਣਾ ਸੀ। ਥਾਲ ਵਧੀਆ ਪਰੋਸ ਕੇ, ਖੀਰ, ਕੜਾਹ, ਪੂੜੀਆਂ, ਸਬਜ਼ੀਆਂ, ਭਾਜੀਆਂ ਲੈ ਕੇ ਥਾਲ ਭਰ ਕੇ ਸੁਥਰਾ ਆਇਆ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ, ਸਭ ਤੋਂ ਪਹਿਲਾਂ ਕਿਹਨੂੰ ਛਕਾਵਾਂ? ਮਹਾਰਾਜ ਕਹਿੰਦੇ ਸੁਥਰਿਆ, ਜਿਹੜਾ ਸਭ ਤੋਂ ਪਿਆਰਾ ਲੱਗਦਾ ਉਹਨੂੰ ਛਕਾ ਦੇ। ਆਪ ਹੀ ਛਕਣ ਲੱਗ ਪਿਆ। ਉਹ ਕਹਿੰਦੇ, ਸਿੱਖ ਕਹਿੰਦੇ ਵੇਖੋ ਮਹਾਰਾਜ, ਇਹ ਸੁਥਰੇ ਦੇ ਕੰਮ, ਲੰਗਰ ਬਣਾ ਕੇ ਆਪ ਹੀ ਖਾਣ ਲੱਗ ਪਿਆ। ਕਹਿੰਦਾ ਸਿੱਖੋ ਭਰਾਵੋ, ਮੈਂ ਤੇ ਆਪਣੇ ਗੁਰੂ ਦਾ ਹੁਕਮ ਮੰਨ ਰਿਹਾ। ਕਹਿੰਦੇ ਕੀ ਹੁਕਮ ਹੈ?
ਕਹਿੰਦੇ ਤੁਹਾਡੇ ਸਾਹਮਣੇ ਮੈਂ ਪੁੱਛਿਆ ਵੀ ਕਿਹਨੂੰ ਲੰਗਰ ਛਕਾਵਾਂ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਭ ਤੋਂ ਪਿਆਰਾ ਲੱਗਦਾ, ਪਿਆਰਾ ਦਾ ਪੇਟ ਹੀ ਹੁੰਦਾ। ਆਪਣੇ ਪਿਆਰੇ ਪੇਟ ਤੋਂ ਵੱਧ ਕੇ ਕਿਹਨੂੰ? ਮਹਾਰਾਜ ਮੈਂ ਤਾਂ ਹੁਕਮ ਮੰਨ ਰਿਹਾ। ਸਾਧ ਸੰਗਤ ਜੀ, ਭਾਵੇਂ ਅਸੀਂ ਕਿੰਨੀਆਂ ਵੀ ਗੱਲਾਂ ਕਰੀਏ ਪਰ ਆਪਣਾ ਸਵਾਰਥ ਸਾਰੇ ਹੀ ਚਾਹੁੰਦੇ ਆ। ਆਪਣਾ ਭਲਾ ਸਭ ਕਾਹੂ ਮੰਗਣਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣਾ ਭਲਾ ਸਾਰੇ ਮੰਗਦੇ। ਤੇ ਸਾਧ ਸੰਗਤ ਜੀ, ਸਰੀਰ ਨਾਲੋਂ ਪਿਆਰੀਆਂ ਇੰਦਰੀਆਂ ਹੁੰਦੀਆਂ ਅੱਖਾਂ, ਕੰਨ, ਨੱਕ। ਕੋਈ ਬੰਦਾ ਮਾਰਦਾ ਹੋਵੇ, ਕੁੱਟਦਾ ਹੋਵੇ, ਮੂੰਹ ਤੇ ਹੱਥ ਲਾਓ। ਅੱਖਾਂ ਤੇ ਨਾ ਮਾਰ ਯਾਰ, ਮੇਰੇ ਪਿੱਠ ਤੇ ਮਾਰ ਲੈ, ਪਰ ਅੱਖ ਤੇ ਨਾ ਮਾਰੀ, ਸਿਰ ਤੇ ਨਾ ਮਾਰੀ। ਅੱਖ ਨਾ ਨਿਕਲ ਜਾਵੇ, ਪਿੱਠ ਤੇ ਚਲੋ ਕੋਈ ਗੱਲ ਨਹੀਂ, ਡੰਡਾ ਪੈ ਗਿਆ, 2 ਪੈ ਗਏ, ਮੁੱਕੇ ਪੈ ਗਏ, ਮੇਰੀ ਅੱਖ ਨਾ ਨਿਕਲ ਜਾਵੇ। ਸਰੀਰ ਨਾਲੋਂ ਇਹ ਚੀਜ਼ਾਂ ਜ਼ਿਆਦਾ ਮਹੱਤਵਪੂਰਨ ਨੇ। ਇਹਨਾਂ ਇੰਦਰੀਆਂ ਨਾਲੋਂ, ਇਹਨਾਂ ਅੰਗਾਂ ਨਾਲੋਂ ਬੰਦੇ ਨੂੰ ਜ਼ਿੰਦਗੀ ਪਿਆਰੀ ਹੈ। ਡਾਕਟਰ ਕਹਿੰਦਾ ਸਰਦਾਰ ਜੀ ਆਪਰੇਸ਼ਨ ਕਰਨਾ ਪੈਣਾ ਜੇ, ਆਹ ਤੁਹਾਡਾ ਅੰਗ ਕੱਟਣਾ ਪੈਣਾ ਜੇ। ਜੇ ਤੁਸੀਂ ਇਹ ਅੰਗ ਨਾ ਘਟਾਇਆ, ਇਹਦੇ ਦੁਆਰਾ ਇਨਫੈਕਸ਼ਨ ਹੋ ਕੇ ਤੁਹਾਡੇ ਸਰੀਰ 'ਚ ਰੋਗ ਵੱਧ ਜਾਣਾ ਤੇ ਤੁਸੀਂ ਮਰ ਜਾਣਾ। ਆਪਾਂ ਕਹਿੰਦੇ ਆ ਜਾਨ ਬਚਦੀ ਕੋਈ ਨਹੀਂ, ਇੱਕ ਅੱਖ ਨਾਲ ਚਲਾ ਲਾਂਗੇ, ਕੱਢ ਦੇ। ਜਾਨ ਬਚਣੀ ਚਾਹੀਦੀ, ਆਪਰੇਸ਼ਨ ਕਰ ਦੇ, ਲੱਤ ਬਾਂਹ ਵੱਢਣੀ ਵੱਢ ਦੇ। ਹੁਣ ਆ ਗਈ ਗੱਲ ਜਾਨ ਤੇ। ਮੰਜੇ ਤੇ ਪੈ ਗਿਆ, ਆਸ ਉਮੀਦ ਮੁੱਕ ਗਈ ਠੀਕ ਹੋਣ ਦੀ। ਨਾ ਤੁਰ ਸਕਦਾ, ਨਾ ਫਿਰ ਸਕਦਾ, ਨਾ ਮਲ ਮੂਤਰ ਦੀ ਕਿਰਿਆ ਕਰ ਸਕਦਾ। ਹਾਏ 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 ਕਰਦਾ। ਤੇ ਉਸ ਵੇਲੇ ਕੀ ਕਹਿੰਦਾ? ਉਸ ਵੇਲੇ ਸਰੀਰ ਵੀ ਪਿਆਰਾ ਨਹੀਂ ਲੱਗਦਾ, ਇੰਦਰੀਆਂ ਵੀ ਪਿਆਰੀਆਂ ਨਹੀਂ ਲੱਗਦੀਆਂ। ਕਹਿੰਦਾ ਮੇਰੀ ਜਾਨ ਕੱਢ ਲੈ ਵਾਹਿਗੁਰੂ। ਇਹਦਾ ਮਤਲਬ ਹੈ ਆਤਮਾ ਸਾਰਿਆਂ ਤੋਂ ਪਿਆਰੀ ਚੀਜ਼ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਭ ਤੋਂ ਪਿਆਰਾ ਆਪਣਾ ਸਰੂਪ ਹੈ। ਤੇ ਸਾਧ ਸੰਗਤ ਜੀ, ਉਹੀ ਅਸਲ ਤੱਤ ਹੈ। ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਸਾਡੀ ਆਤਮਾ ਗੁਰੂ ਗ੍ਰੰਥ ਸਾਹਿਬ ਹੈ। ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ ਉੱਤਮ ਹੈ। ਸਰੀਰ ਨਾਲੋਂ, ਇੰਦਰੀਆਂ ਨਾਲੋਂ, ਮਨ ਨਾਲੋਂ, ਬੁੱਧੀ ਨਾਲੋਂ, ਚੇਤੇ ਨਾਲੋਂ ਆਤਮਾ ਪਿਆਰੀ ਜੇ। ਉਹ ਸਾਡਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ। ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ ਉੱਤਮ ਹੈ, ਸਭ ਕਾਲ ਰਹਿ ਹੈ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਗੁਰੂ ਗ੍ਰੰਥ ਸਾਹਿਬ ਜਿਹੜੀ ਸਾਡੀ ਬਾਣੀ ਹੈ, ਇਹ ਸਦਾ ਸੱਚ ਰਹਿਣੀ ਹੈ, ਸਰੀਰ ਨਹੀਂ ਰਹਿਣੇ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਸਾਰਿਆਂ ਦਾ ਭਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰਾ ਹੋਏਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੱਜ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਚਲੇ ਜਾਓ, ਜਿੱਥੇ ਵੀ ਗੁਰੂ ਨਾਨਕ ਦਾ ਪਿਆਰਾ ਕੋਈ ਬੈਠਾ ਹੈ, ਭਾਵੇਂ ਇਕੱਲਾ 1.25 ਲੱਖ ਹੀ ਹੈ, ਤੇ ਉਹ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਬਾਣੀ ਦੇ ਨਾਲ ਜੁੜਿਆ ਹੋਇਆ। ਔਰ ਜਿੱਥੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਔਰ ਸ਼ਾਮ ਨੂੰ ਗੁਰੂ ਕੀ ਸੰਗਤ ਜੁੜਦੀ ਹੈ, ਉਹ ਸਾਧ ਸੰਗਤ ਸੱਚਖੰਡ ਹੈ। ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਥਾਂ ਥਾਂ ਤੇ ਪ੍ਰਕਰਨ ਆਉਂਦਾ ਜੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ, ਸੰਗਤਾਂ ਨੂੰ, ਲੋਕਾਂ ਨੂੰ ਜਦੋਂ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਨੇ, ਉਹ ਲੋਕ ਪੁੱਛਦੇ ਨੇ ਹੁਣ ਸਾਨੂੰ ਉਪਦੇਸ਼ ਦਿਓ, ਅਸੀਂ ਕੀ ਕਰੀਏ। ਨੂਰ ਸ਼ਾਹ ਜਾਦੂਗਰਨੀ ਪੁੱਛਦੀ ਹੈ, ਮਹਾਰਾਜ ਮੈਂ ਵੀ ਬੜੇ ਜਾਦੂ ਸਿੱਖੇ, ਪਰ ਜਿਹੜਾ ਤੁਹਾਡਾ ਜਾਦੂ ਹੈ ਇਹਦੇ ਅੱਗੇ ਮੇਰਾ ਜਾਦੂ ਨਹੀਂ ਚੱਲਿਆ। ਕਿਰਪਾ ਨਿਧਾਨ, ਇਹ ਜਾਦੂ ਮੈਨੂੰ ਸਿਖਾ ਦਿਓ। ਸਤਿਗੁਰੂ ਕਹਿਣ ਲੱਗੇ, ਨੂਰ ਸ਼ਾਹ ਉਹ ਜਾਦੂਗਰੀਆਂ ਜਿਹੜੀਆਂ ਮਾਇਆ ਦੇ 3 ਗੁਣਾਂ ਵਿੱਚ ਹਨ, ਜਨਮ ਮਰਨ ਦਾ ਕਾਰਨ ਹਨ। ਜਿਹੜਾ ਸਾਡੇ ਵਾਲਾ ਜਾਦੂ ਹੈ ਜਨਮ ਮਰਨ ਕੱਟ ਦਿੰਦਾ ਜੇ।
ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਭਲਾ ਸਾਰੇ ਸੰਸਾਰ ਦਾ ਕਰੇਗਾ। ਆਖੋ ਸਤਨਾਮ ਸ੍ਰੀ। ਜਿਹੜੇ ਜਾਦੂ ਟੂਣੇ ਧਾਗੇ ਤਵੀਤ ਤੂੰ ਸਿੱਖੀਆਂ, ਉਹਨਾਂ ਨਾਲ ਲੋਕਾਂ ਦਾ ਬੁਰਾ ਹੁੰਦਾ ਜੇ। ਜਿਹੜਾ ਸਾਡੇ ਵਾਲਾ ਜਾਦੂ ਹੈ ਇਹ ਭਲਾ ਕਰਦਾ ਜੇ। ਇਹ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਹਉਮੈ ਵਾਲੇ ਰੋਗ ਨੂੰ ਕੱਢਦਾ ਜੇ। ਇਹ ਐਸਾ ਗੁਰਮੰਤਰ ਹੈ ਜਿਹਦੇ ਨਾਲ ਲੋਕ ਵੀ ਸੁਧਰੇਗਾ, ਪਰਲੋਕ ਵੀ ਸੁਧਰੇਗਾ। ਕਹਿਣ ਲੱਗੀ ਫਿਰ ਮੇਰਾ ਵੀ ਸੁਧਾਰੋ ਲੋਕ ਪਰਲੋਕ। ਮਹਾਰਾਜ ਕਹਿਣ ਲੱਗੇ ਨੂਰ ਸ਼ਾਹ ਇੱਥੇ ਧਰਮਸਾਲ ਬਣਾ, ਸਵੇਰੇ ਸ਼ਾਮ ਸੰਗਤ ਕਰਿਆ ਕਰ, ਜਾਦੂ ਟੂਣੇ ਕਰਨੇ ਛੱਡ ਦੇ, ਪਰਮਾਤਮਾ ਦੀ ਵਾਹਿਗੁਰੂ ਦੀ ਬੰਦਗੀ ਕਰਿਆ ਕਰ, ਕੀਰਤਨ ਕਰਿਆ ਕਰ, ਭਜਨ ਕਰਿਆ ਕਰ, ਨਾਮ ਜਪਿਆ ਕਰ। ਆਪ ਵੀ ਤਰੇਗੀ, ਤੇਰੀ ਸੰਗਤ ਵੀ ਤਰੇਗੀ, ਤੈਨੂੰ ਅਸਲੀ ਨੂਰ ਦੀ ਪ੍ਰਾਪਤੀ ਹੋਵੇਗੀ। ਸਾਧ ਸੰਗਤ ਸੱਚਖੰਡ ਜਗਮਗ ਨੂਰ ਹੈ, ਲੱਖ ਸ਼ਿਸ਼ਿਰ ਲੱਖ ਭਾਣ ਕਿਰਨ ਠਰੂਰ ਹੈ। ਉਹਦੇ ਸਾਹਮਣੇ ਦੁਨੀਆ ਦੀਆਂ ਸਾਰੀਆਂ ਰੋਸ਼ਨੀਆਂ ਮੱਧਮ ਪੈ ਜਾਣਗੀਆਂ। ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ ਸੰਸਾਰ ਵਿੱਚ ਧਰਮਸਾਲ ਸਾਧ ਸੰਗਤ ਬਣਾਈ। ਭਾਈ ਸਾਹਿਬ ਕਹਿੰਦੇ ਨੇ ਸਾਧ ਸੰਗਤ ਸੱਚਖੰਡ ਵਸਾਇਆ। ਇਹ ਸੱਚਖੰਡ ਮਾਤ ਲੋਕ ਦੇ ਉੱਤੇ, ਧਰਤੀ ਦੇ ਉੱਤੇ ਵਸਾਇਆ ਜੇ। ਪਿਆਰੇ ਖਾਲਸਾ ਜੀ, ਆਪਾਂ ਗੁਰੂ ਕੀ ਸੰਗਤ 'ਚ ਆਏ, ਗੁਰਬਾਣੀ ਦਾ ਕੀਰਤਨ ਸੁਣਿਆ, ਕਥਾ ਸੁਣੀ, ਔਰ ਇੱਕ ਭਾਵਨਾ ਲੈ ਕੇ ਆਇਆ ਕਰੀਏ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕਰਨ, ਸਾਡੇ ਅੰਦਰੋਂ ਰਾਗ ਦਵੈਸ਼ ਮਿਟੇ। ਸਾਡੇ ਅੰਦਰ ਜਿਹੜੀ ਅੱਗ ਬਲਦੀ ਰਹਿੰਦੀ ਹੈ ਮੈਂ ਔਰ ਤੂੰ ਦੀ, ਵੱਡੇ ਛੋਟੇ ਦੀ, ਆਪਣੇ ਬਗਾਨੇ ਦੀ, ਚੰਗੇ ਮਾੜੇ ਦੀ, ਬੁਰੇ ਭਲੇ ਦੀ, ਇਹ ਮਿਟ ਜਾਵੇ। ਗੁਰਸਿੱਖੀ ਬਰੀਕ ਹੈ, ਸਿਲ ਚੱਟਣ ਫਿੱਕੀ, ਖੰਨਿਓ ਤਿੱਖੀ ਆਖੀਐ ਉਹ ਵਾਲੋਂ ਨਿੱਕੀ। ਦਾਵੇ ਨਾਲ ਕੋਈ ਗੁਰਸਿੱਖ ਨਹੀਂ ਬਣ ਸਕਦਾ। ਮਹਾਰਾਜ ਦਾ ਬਚਨ ਹੈ, ਦਾਵੈ ਦਾਜਨ ਹੋਤ ਹੈ। ਜੇ ਕੋਈ ਦਾਵਾ ਕਿਸੇ ਤਰ੍ਹਾਂ ਦਾ ਵੀ ਕੋਈ ਦਾਵਾ ਕਰੇ ਵੀ ਮੇਰਾ ਦਾਵਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਉਹਦੇ ਅੰਦਰ ਅੱਗ ਲੱਗ ਜਾਏਗੀ। ਜਿਹੜਾ ਕਿਸੇ ਤਰ੍ਹਾਂ ਦਾ ਵੀ ਕੋਈ ਦਾਵਾ ਕਰੇ ਉਹਦੇ ਅੰਦਰ ਬੇਚੈਨੀ ਹੋਏਗੀ, ਉਹਦੇ ਅੰਦਰ ਸੜਨ ਹੋਏਗੀ, ਉਹਦੇ ਅੰਦਰ ਉਥਲ ਪੁਥਲ ਹੋਏਗੀ ਵਿਚਾਰਾਂ ਦੀ। ਉਹ ਡਿਸਾਈਡ ਨਹੀਂ ਕਰ ਪਾਏਗਾ ਮੈਂ ਕੀ ਹਾਂ, ਕੀ ਕਰਨਾ, ਕੀ ਨਹੀਂ ਕਰਨਾ, ਉਲਝ ਜਾਏਗਾ। ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਜਿਹੜਾ ਕੋਈ ਦਾਵਾ ਨਹੀਂ ਕਰਦਾ ਉਹ ਰੱਬ ਦੀ ਬੰਦਗੀ ਕਰਨ ਵਾਲਾ ਨਿਰਸੰਸੇ ਰਹੇਗਾ, ਉਹਨੂੰ ਕੋਈ ਜਲਨ ਨਹੀਂ ਹੋਏਗੀ। ਉਹ ਠੰਡਾ ਠਾਰ ਹੈ, ਉਹ ਸੀਤਲ ਹੈ, ਉਹ ਸੰਤ ਹੈ, ਉਹ ਭਗਤ ਹੈ, ਉਹ ਬ੍ਰਹਮ ਗਿਆਨੀ ਹੈ, ਉਹ ਗੁਰਸਿੱਖ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮੈਂ ਨਹੀਂ ਬੋਲ ਰਿਹਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਮੈਂ ਉਹਦੇ ਵਿਚਾਰ ਆਪ ਨਾਲ ਸਾਂਝੀ ਕਰ ਰਿਹਾ ਹਾਂ। ਕਬੀਰ ਦਾਵੈ ਦਾਜਨ ਹੋਤ ਹੈ, ਦਾਅਵੇ ਕਰਨ ਦੇ ਨਾਲ ਦਾਜਨ ਸੜਨਾ ਹੁੰਦਾ ਹੈ, ਹਿਰਦਾ ਤਪਦਾ ਹੈ। ਨਿਰਦਾਵੈ ਰਹਿ ਨਿਸੰਕ, ਜੋ ਦਾਵਾ ਨਹੀਂ ਕਰਦਾ ਉਹ ਨਿਰਸੰਸੇ ਰਹਿੰਦਾ। ਜੋ ਜਨ ਨਿਰਦਾਵੈ ਰਹਿ, ਜੋ ਜਨ, ਮੇਰਾ ਖਿਆਲ ਹੁਣ ਕਬੀਰ ਦੇ ਸ਼ਲੋਕ ਸੁਣਨੇ ਛੱਡਤੇ ਸਿੱਖਾਂ ਨੇ। ਪਹਿਲੇ ਸਮਿਆਂ ਵਿੱਚ ਸਿੰਘਾਂ ਨੂੰ ਇੰਨੀ ਬਾਣੀ ਯਾਦ ਹੁੰਦੀ ਸੀ, ਨਾਲ ਨਾਲ ਹੀ ਪੜ੍ਹੀ ਜਾਂਦੇ ਸਨ, ਤੇ ਪਹਿਲਾਂ ਸਾਰਾ ਗੁਰੂ ਗ੍ਰੰਥ ਸਾਹਿਬ ਸੁਣਦੇ ਸਨ। ਜਿਵੇਂ ਅੱਜ ਕੱਲ੍ਹ ਸਾਡੇ ਰਾਗੀਆਂ ਸਿੰਘਾਂ ਦੇ, ਪਾਠੀਆਂ ਸਿੰਘਾਂ ਦੇ ਇਸ਼ਤਿਹਾਰ ਛਪਦੇ ਨੇ, ਫਲਾਣਾ ਫਲਾਣਾ ਕਥਾਵਾਚਕ ਆ ਰਿਹਾ, ਫਲਾਣਾ ਸਿੰਘ ਰਾਗੀ ਸਿੰਘ ਆ ਰਿਹਾ। ਪਹਿਲਾਂ ਸਾਧ ਸੰਗਤ ਜੀ ਪਾਕਿਸਤਾਨ ਬਣਨ ਤੋਂ ਪਹਿਲਾਂ ਸਾਡੇ ਬਜ਼ੁਰਗ ਦੱਸਦੇ ਆ ਪਾਠੀਆਂ ਦੇ ਇਸ਼ਤਿਹਾਰ ਛਪਦੇ ਸੀ ਸੰਨ 47 ਤੋਂ ਪਹਿਲਾਂ। ਇਹ ਫਲਾਣੇ ਪਿੰਡ 'ਚ ਅਖੰਡ ਪਾਠ ਹੈ, ਫਲਾਣਾ ਫਲਾਣਾ ਪਾਠੀ ਆ ਰਿਹਾ। 94 ਪਾਠੀ ਪਾਠ ਕਰਦੇ ਸੀ। ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪਿੰਡ ਦੀ ਨਹੀਂ, ਆਲੇ ਦੁਆਲੇ ਕਈ ਪਿੰਡਾਂ ਦੀ ਸੰਗਤ ਸੁਣਨ ਆ ਜਾਂਦੀ ਸੀ। ਉੱਥੇ ਪਾਠ ਹੋਣਾ, ਚਲੋ ਘਰ ਦੇ ਕੰਮ ਤੇ ਹੁੰਦੇ ਹੀ ਰਹਿਣੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣੀਏ।
ਤੇ ਸਾਡੇ ਵੇਖਦਿਆਂ ਦੀ ਗੱਲ ਹੈ ਵੀ ਚਲੋ ਜੇ ਸਾਰਾ ਨਹੀਂ ਸੀ ਸੁਣਦੇ, ਭਗਤ ਫਰੀਦ ਜੀ ਦੇ, ਕਬੀਰ ਜੀ ਦੇ ਸ਼ਲੋਕ, ਭੋਗ ਦੇ ਸ਼ਲੋਕ ਤੇ ਸਮਝ ਆਉਂਦੇ ਸੁਣ ਲੈਂਦੇ ਸੀ। ਪਰ ਹੁਣ ਤੇ ਸ਼ਲੋਕ ਨਿਮੱਲਾ ਨਾਵਾਂ ਪੜਿਆ ਜਾਂਦਾ ਤੇ ਫਿਰ ਪਾਠੀ ਸਿੰਘ ਕਹਿੰਦੇ ਆ ਜਾਓ, ਹੁਣ ਤੇ ਆ ਜਾਓ, ਮੱਥਾ ਟੇਕ ਦਿਓ, ਰੁਮਾਲਾ ਹੀ ਰੱਖ ਦਿਓ ਸਤਿਗੁਰਾਂ ਨੂੰ। ਸਾਧ ਸੰਗਤ ਜੀ, ਕਬੀਰ ਸਾਹਿਬ ਦੇ ਸ਼ਲੋਕਾਂ 'ਚ ਬਾਹਲਾ ਉੱਚਾ ਗਿਆਨ ਮਹਾਰਾਜ ਦਿੰਦੇ ਆ। ਜੋ ਜਨ ਨਿਰਦਾਵੈ ਰਹੈ, ਜਿਹੜਾ ਕੋਈ ਦਾਵਾ ਨਹੀਂ ਕਰਦਾ, ਰੱਬ ਦੇ ਆਸਰੇ ਰਹਿੰਦਾ, ਸੋ ਗਨੈ ਇੰਦਰ ਸੋ ਰੰਕ। ਉਹਦੇ ਸਾਹਮਣੇ ਇੰਦਰ ਰਾਜਾ ਵੀ ਭਿਖਾਰੀ ਹੈ। ਉਹ ਕਹਿੰਦਾ ਮੈਨੂੰ ਕੀ ਪਰਵਾਹ, ਇੰਦਰ ਹੋਵੇ ਆਪਣੇ ਘਰ, ਮੈਂ ਤੇ ਆਪਣੇ ਰੱਬ ਦੇ ਰੰਗਾਂ ਵਿੱਚ ਰਾਜੀ ਹਾਂ। ਆਖੋ ਵਾਹਿਗੁਰੂ। ਸੋ ਸਾਧ ਸੰਗਤ ਜੀ, ਪਰਮੇਸ਼ਰ ਦੀ ਭਗਤੀ ਕਰਨ ਲਈ ਸਾਧ ਸੰਗਤ ਬਣੀ, ਗੁਰਦੁਆਰੇ ਬਣੇ ਹਨ। ਗੁਰਦੁਆਰਿਆਂ ਵਿੱਚ ਆ ਕਰਕੇ ਰਾਗ ਦਵੈਸ਼ ਨਹੀਂ ਹੋਣੀ ਚਾਹੀਦੀ। ਸਿਰਫ ਭਜਨ ਬਾਣੀ, ਕਥਾ ਕੀਰਤਨ, ਹਰੀ ਜਸ ਦੇ, ਗੁਰੂ ਦੇ ਸ਼ਬਦ ਗਾਓ, ਗੁਰੂ ਦੀ ਬਾਣੀ ਪੜ੍ਹੋ, ਗੁਰੂ ਦੀ ਵਿਚਾਰ ਸੁਣੋ। ਪਰਮ ਸਤਿਕਾਰਯੋਗ ਗਿਆਨੀ ਸਾਹਿਬ ਸਿੰਘ ਜੀ ਆਪ ਜੀ ਨੂੰ ਗੁਰ ਇਤਿਹਾਸ ਦੇ ਨਾਲ ਜੋੜ ਰਹੇ ਹਨ। ਔਰ ਰਾਗੀ ਸਿੰਘਾਂ ਨੇ ਵੀ, ਢਾਡੀ ਸਿੰਘਾਂ ਨੇ ਵੀ ਗੁਰੂ ਦਾ ਜਸ ਸਰਵਣ ਕਰਾਉਣਾ ਹੈ। ਜਿਤਨੀ ਕਿ ਸਤਿਗੁਰਾਂ ਨੇ ਸੁਮਤ ਬਖਸ਼ੀ, ਆਪ ਜੀ ਨਾਲ ਸਾਧ ਸੰਗਤ ਦੇ ਵਿਸ਼ੇ ਤੇ ਕੁਝ ਬਚਨ ਸਾਂਝੇ ਕੀਤੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਜਿੱਥੇ ਬੈਠੀਏ ਵਾਹਿਗੁਰੂ ਵਾਹਿਗੁਰੂ ਜਪੀਏ। ਗੁਰੂ ਕਾ ਸਿੱਖ ਕੱਲਾ ਸਿੱਖ ਹੈ, ਦੋ ਰਲ ਜਾਣ ਤੇ ਸਾਧ ਸੰਗਤ ਹੈ। ਕਾਰਨ ਉਹਨੇ ਆਖਣਾ ਨਹੀਂ ਵੀ ਨਵੀਂ ਤਾਜੀ ਸੁਣਾ, ਗੁਰੂ ਕੇ ਸਿੱਖ ਨੇ ਨਹੀਂ ਕਹਿਣਾ। ਮਨਮੁਖਾਂ ਦਾ ਬੋਲਾ, ਹਾਓ ਜੀ ਸੁਣਾਓ ਜੀ ਨਵੀਂ ਤਾਜੀ। ਨਵੀਂ ਤਾਜੀ ਦੁਨੀਆ ਦਾ ਝੂਠ ਕੂੜ ਕਬਾੜ ਹੁੰਦਾ ਜੇ। ਫਲਾਣਾ ਮਰ ਗਿਆ, ਫਲਾਣਾ ਜੰਮ ਪਿਆ, ਉਹ ਇੰਝ ਕਹਿੰਦਾ ਸੀ, ਉਹ ਇੰਝ ਕਹਿੰਦਾ ਸੀ। ਗੁਰਸਿੱਖਾਂ ਦਾ ਕਾਰਨਾਮਾ ਇਹ ਨਹੀਂ ਹੈ। ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀਐ, ਬਾਬਾ ਬੋਲਣਾ ਕਿਆ ਕਹੀਐ। ਜੈਸੇ ਰਾਮ ਨਾਮ ਰਬ ਰਹੀਐ, ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ। ਬੋਲਤ ਬੋਲਤ ਬੜਹਿ ਵਿਕਾਰਾ। ਸਾਧ ਸੰਗਤ ਜੀ, ਸੰਸਾਰ ਦੇ ਜਿਹੜੇ ਬੋਲ ਹਨ, ਕੱਚੇ ਬੋਲ ਨਹੀਂ ਗੁਰਮੁਖਾਂ ਨੇ ਬੋਲਣੇ। ਵਿਚਾਰ ਬ੍ਰਹਮ ਦੀ ਕਰਨੀ ਹੈ, ਬਿਨ ਬੋਲੇ ਕਿਆ ਕਰਹਿ ਵਿਚਾਰਾ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬਹੂ ਨਾ ਡੋਲੇ। ਸੋ ਬ੍ਰਹਮ ਵਿਚਾਰ ਸੱਚੇ ਪਾਤਸ਼ਾਹ ਸਾਡੇ ਕੋਲੋਂ ਕਰਾਇਆ ਕਰਨ। ਜਿੱਥੇ ਵੀ ਬੈਠੀਏ ਗੁਰੂ ਕੀ ਬਾਣੀ ਦੀ ਵਿਚਾਰ ਕਰੀਏ, ਸੁਣੀਏ, ਲੋਕ ਸੁਖੀਏ ਪਰਲੋਕ ਸੁਹੇਲੇ ਬਣਨਾ ਕਰੀਏ। ਬਹੁਤ ਧੰਨਵਾਦ ਗੁਰੂ ਕੀਆਂ ਸੰਗਤਾਂ ਦਾ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਸਰਵਣ ਕਰ ਰਹੇ ਸੀ ਸਤਿਕਾਰਯੋਗ ਸਨਮਾਨਯੋਗ ਗਿਆਨੀ ਸ਼ੇਰ ਸਿੰਘ ਜੀ, ਕਥਾਵਾਚਕ ਤਿੰਨਾਂ ਦੇ ਪਾਸੋਂ ਗੁਰਮਤਿ ਵਿਚਾਰ, ਗੁਰਬਾਣੀ ਵਿਚਾਰ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ।